ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰਾ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਘਨ ਕੇ ਨਾਸਕ ਬਿਘਨ ਕੇ ਨਾਸਕ ਗੁਰ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਤਰਹੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰਹੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਕੇਤਿਕ ਕਾਰੀਗਰ ਹੈ ਲਾਗੇ, ਸਰਬ ਵਸਤੂ ਆਨੇ ਤਿਨ ਆਗੇ। ਸਿੱਖਣ ਕੋ ਪਿਖ ਦਿਜ ਬਿਸਮਾਇਓ, ਕਾਲ ਬੜੇ ਕਾਲਣ ਚਿਤ ਲਾਇਓ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੇਤਿਕ ਕਾਰੀਗਰ ਹੈ ਲਾਗੇ, ਸਰਬ ਵਸਤੂ ਆਨੇ ਤਿਨ ਆਗੇ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ੍ਹ ਪ੍ਰਸੰਗ ਸ਼ੁਰੂ ਹੋਇਆ ਸੀ, ਇੱਕ ਬ੍ਰਾਹਮਣ ਹੈ ਜਿੰਦਾ ਨਾਂ ਗੰਗਾ ਰਾਮ ਹੈ, ਬਠਿੰਡੇ ਦਾ ਰਹਿਣ ਵਾਲਾ ਹੈ ਔਰ ਬੜਾ ਵੱਡਾ ਵਪਾਰੀ ਹੈ। ਕਈ ਗੱਡੇ ਨੇ ਬਾਜਰੇ ਦੇ ਲੱਦੇ ਨੇ ਵੇਚਣ ਵਾਸਤੇ ਆਇਆ ਹੈ ਔਰ ਇਹ ਪੁੱਛਦਾ ਪਛਾਉਂਦਾ ਗੁਰੂ ਕੇ ਚੱਕ ਅੰਮ੍ਰਿਤਸਰ ਵਿਖੇ ਪਹੁੰਚਿਆ। ਇੱਥੇ ਆ ਕੇ ਨੇ ਦੇਖਿਆ ਹੈ ਕਿ ਹਜ਼ਾਰਾਂ ਹੀ ਸਿੱਖ ਲੱਗੇ ਨੇ ਔਰ ਸੇਵਾ ਦੇ ਵਿੱਚ ਲੱਗੇ ਨੇ, ਕਾਰੀਗਰ ਲੱਗੇ ਨੇ ਜਿਨ੍ਹਾਂ ਕੋਲ ਸਿੱਖ ਇੱਟਾਂ ਪਚਾ ਰਹੇ ਨੇ, ਚੂਨਾ ਪਚਾ ਰਹੇ ਨੇ, ਕੋਈ ਗਾਰਾ ਢੋ ਰਿਹਾ ਹੈ, ਕੋਈ ਕੱਚੀਆਂ ਇੱਟਾਂ ਪਕਾ ਰਿਹਾ ਹੈ। ਇਹ ਸਾਰਾ ਕੁਝ ਵੇਖ ਕੇ ਇਹ ਜਿਹੜਾ ਬ੍ਰਾਹਮਣ ਹੈ ਖੱਤਰੀ, ਇਹ ਵਪਾਰੀ ਬੜਾ ਜਿਹੜਾ ਹੈਰਾਨ ਵੀ ਹੋਇਆ ਕਿ ਇੰਨੇ ਲੋਕ ਇੰਨੀ ਸ਼ਰਧਾ ਇੰਨੀ ਭਾਵਨਾ ਦੇ ਨਾਲ ਸੇਵਾ ਵਿੱਚ ਲੱਗੇ ਨੇ। ਅੱਗੇ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ, ਸਿੱਖਣ ਕੋ ਪਿਖ ਦਿਜ ਬਿਸਮਾਇਓ, ਕਾਲ ਬੜੇ ਕਾਲਣ ਚਿਤ ਲਾਇਓ। ਕਿ ਸਿੱਖਾਂ ਨੂੰ ਵੇਖ ਕੇ ਇਹ ਬ੍ਰਾਹਮਣ ਗੰਗਾ ਰਾਮ ਇੰਨਾ ਹੈਰਾਨ ਹੋਇਆ ਕਿ ਇਹਨਾਂ ਸਿੱਖਾਂ ਨੇ ਏਡੀ ਵੱਡੀ ਘਾਲਣਾ ਘਾਲੀ ਹੈ, ਇੰਨਾ ਚਿੱਤ ਲਾਇਆ ਸੇਵਾ ਦੇ ਵਿੱਚ, ਇੰਨੀ ਇਹਨਾਂ ਦੇ ਵਿੱਚ ਸ਼ਰਧਾ ਭਾਵਨਾ ਹੈ। ਗੰਗਾ ਰਾਮ ਵਿਪਰ ਚਿਤ ਫਿਰਿਓ, ਗੁਰ ਪ੍ਰਤਾਪ ਨੇਕੋ ਉਰ ਧਰਿਓ। ਕਿਉਂਕਿ ਗੰਗਾ ਰਾਮ ਇੱਥੇ ਕੋਈ ਸ਼ਰਧਾਲੂ ਬਣ ਕੇ ਸਤਸੰਗੀ ਬਣ ਕੇ ਨਹੀਂ ਸੀ ਆਇਆ, ਇਹ ਵਪਾਰੀ ਬਣ ਕੇ ਆਇਆ ਸੀ। ਇਹਦਾ ਕੰਮ ਸੀ ਵਪਾਰ ਕਰਨਾ, ਆਪਣਾ ਬਾਜਰਾ ਵੇਚਣਾ। ਪਰ ਇਹ ਸਾਰਾ ਕੁਝ ਵੇਖ ਕੇ ਇਹਦਾ ਮਨ ਕੁਝ ਜਿਹੜਾ ਨਾ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਸੇਵਾ ਵੇਖ ਕੇ ਮਨ ਫਿਰ ਗਿਆ। ਗੁਰੂ ਸਾਹਿਬ ਦੇ ਪ੍ਰਤਾਪ ਨੂੰ ਨੇ ਜਾਣੇ ਕਿ ਗੁਰੂ ਸਾਹਿਬ ਜੀ ਬੜੇ ਵੱਡੇ ਨੇ, ਕਿ ਕੋਈ ਨਾ ਕੋਈ ਗੱਲ ਤਾਂ ਹੈ ਕਿ ਹਜ਼ਾਰਾਂ ਸਿੱਖ ਜਿਹੜੇ ਨੇ ਉਹ ਤਨਖਾਹਾਂ ਵੀ ਨਹੀਂ ਲੈਂਦੇ, ਦਿਹਾੜੀਆਂ ਵੀ ਨਹੀਂ ਲੈਂਦੇ, ਆ ਕੇ ਸੇਵਾ ਵੀ ਕਰਦੇ ਨੇ। ਮਸਤਕ ਟੇਕ ਦੂਰ ਤੇ ਗਇਓ, ਆਪਣ ਅੰਨ ਕੇ ਢਿਗ ਥਿਰ ਥਿਓ। ਗੰਗਾ ਰਾਮ ਨੇ ਦੂਰ ਤੋਂ ਹੀ ਸਤਿਗੁਰੂ ਜੀ ਨੂੰ ਹੱਥ ਜੋੜ ਕੇ ਨਮਸਕਾਰ ਕਰ ਦਿੱਤੀ ਔਰ ਜਿੱਥੇ ਇਹਨੇ ਆਪਣਾ ਅਨਾਜ ਰੱਖਿਆ, ਬਾਜਰਾ ਦੁਕਾਨ ਲਾਈ ਹੈ ਵੱਡੀ, ਆਪਣੀ ਉਸ ਦੁਕਾਨ 'ਤੇ ਪਹੁੰਚ ਗਿਆ। ਤਿਸ ਦਿਨ ਗੁਰ ਕੇ ਦੇਗ ਨਾ ਹੋਈ, ਅੰਨ ਗਇਓ ਥੁਰ ਲਿਆਏ ਨਾ ਕੋਈ। ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਦਿਨ ਭਾਣਾ ਹੀ ਵਰਤਾਇਆ ਸੀ ਕਿ ਕੁਦਰਤੀ ਤੌਰ 'ਤੇ ਗੁਰੂ ਘਰ ਦੇ ਵਿੱਚ ਅਨਾਜ ਜਿਹੜਾ ਥੁੜ ਗਿਆ,
क्योंकि अनाज आप जी जानते हो पिंडां विचों आउंदा सी कि साल का जिहड़ा इकट्ठा हुंदा है विसाखी नेड़े आउण वाली फसलां पक्कण वालियां, पर इस तो पहलां ये अनाज थुड़ गया और इन्ना थुड़िया कि अज गुरु घर दे विच लंगर ही तैयार ही नहीं होया। बहु ग्रामण को जेत के आयो, सो सब लंगर बिखै लगायो। जिहड़ा 6 महीने पहलों बहुत सारे पिंडां विचों अनाज आया से गुरु के सिंह, गुरु के सिख जिहड़े मसंद ने, वो अनाज भी इकट्ठा करके लियाउंदे सन, संगतां आप भी लैके आउंदियां सन। वो सारे का सारा अनाज लंगर विच लग गया क्योंकि संगत बहुत ज़्यादा सी। अनाज थुड़ गया है और इन्ना क्यों थुड़िया कि अज लंगर ही तैयार नहीं होया। नरन हजारन होए आहारा, बरतत रहे संज लग सारा। क्योंकि हज़ारां संगतां वास्ते रोज़ लंगर तैयार हुंदा है और सारा दिन सवेर तो लैके शाम तक वरतदा है। नहीं अन्न पहुँचो कित ही ते, बिन भोजन सो दिवस बतीते। क्योंकि अनाज नेड़े वाले पिंडां तो नेड़े नेड़े तो जदों पकदा सी उदों ही आ जांदा सी, पर जिहड़े मसंद दूर तो सिख संगतां नूं लैके आउंदे ने जां संगतां आप आउंदियां ने, वो अनाज विचों विचों भी आउंदा रहिंदा सी। कदे एक गड्ढा आ गया, कदे 2 गड्ढे भर के आ गए। पर गुरु का भाणा जां ये कह लिए कि माया वरताई, इस वारी अनाज कितों पहुँचे ही नहीं, आया ही नहीं। वो सारा दिन जिहड़ा लंगर तो बिना ही लंघिया। बहु राग लो दिन जब पह्यो, कित ते अन्न ना आवन थयो। दूसरा दिन चढ़ गया पर अनाज अज भी कितों नहीं आया। तो जे अनाज नहीं आया, थोड़ा बहुता किते बनाया वरताया, पर यह कह लिया कि दूसरा दिन भी लंगर जिहड़ा मस्ताना ही रहा। अनाज लंगर दूसरे दिन भी संगतां नूं पूरा नहीं आया, बनिया नहीं। सुन कै गंगा राम बिचारा, इनको अरबै दरब हजारा। पूरे गंगा राम उस व्यापारी नूं भी पता लग्या कि गुरु घर विच अनाज नहीं आया, कि इन्नियां संगतां इन्ने सिख लगे ने, इन्ना भारी काम है सारा दिन। लंगर कल भी नहीं बनया, अज भी नहीं बनया, और इत्थे ते आके हज़ारां ही लोग हज़ारां रुपये चढ़ावा भी चढ़ाउंदे ने। ये भी नहीं कह सकते कि इस घर विच माया दी किते थोड़ होवेगी। अपन भलो करबे के कारण, रहन दिवस लागे सरग सकारण। पर जिहड़े लोग ने वो अपना भला चाहुंदे ने, भले दे वास्ते दिन रात कार सेवा दे विच लगे ने। भावें लंगर कल दा नहीं मिलिया, पर संगतां सेवा दे विच फिर भी लगियां ने, क्योंकि इन्हां नूं भरोसा साडा भला होना है। सकल कामना गुर ते चाहें, दरब दे त्यार सेव उमा है। कि सारे जिहड़े गुरु के सिख ने, ये जिहड़े लोग ने, ये कामना लैके आए ने ना। हर कोई आपो अपनी कामना चाहुंदा होना है कि नाले गुरु साहब के चरणों में रुपया पैसा चढ़ाउंदे ने, नाले सेवा हत्थां नाल करदे ने। या ते मैं भी सेवा करूं, शरदा सतगुर की और धरूं। और गंगा राम का 2-3 दिन दे विच इन्ना मन बदल गया। आया तो व्यापार करन सी, पर हुण मन बन गया कि सच्चा ही व्यापार करिए, कि ये सेवा जे मैं कर लवां, एक दिन का लंगर मेरे वालों तैयार हो जाए, तो गुरु की शरधा धारण करके मैं भी गुरु की सिक्खी नूं प्राप्त कर लवां। होए सफल कुछ सुख मैं पाऊँ, तब मैं सिक्खी भले कमाऊँ। जे मेरी कीती हुई सेवा गुरु साहब जी प्रवान कर लेन, किते सफल हो जाए, मैनू भी सिक्खी की दात मिल जाए, मैं भी सिक्खी नूं कमावां। दिवस दूसरे देग ना होई, ये अवसर मुझ अपर न कोई। क्योंकि गंगा राम विचार करता है कि दूजे दिन भी देग तैयार नहीं हुई, हुण तो समय है और बड़ा वड्डा समय है। देखो गुरु घर दे विच सेवा करनी कुछ होर है, पर एक मौके के हिसाब नाल सेवा करनी, और सतगुरु जी ने अगे जाके बख्शिश भी करनी कि जिहड़ी मौके के हिसाब नाल कीती हुई सेवा है ना, उनका फल भी दुगना मिलता है।
ਹੁਣ ਸਮਾਂ ਹੈ ਕਿ ਇਹ ਸੇਵਾ ਮੈਂ ਕਮਾ ਲਵਾਂ। ਅੱਜ ਤੇ ਦੂਸਰਾ ਦਿਨ ਹੋ ਗਿਆ, ਇੱਥੇ ਲੰਗਰ ਹੀ ਤਿਆਰ ਨਹੀਂ ਹੋਇਆ। ਇਹ ਤਿਆਦਕ ਉਰ ਚਿਤਵਤ ਭਇਓ, ਜਹ ਲੰਗਰ ਥਲ ਤਹ ਕੋ ਗਇਓ। ਇਤਿਆਦਿਕ ਮਨ ਵਿੱਚ ਵਿਚਾਰਾਂ ਕੀਤੀਆਂ। ਵਿਚਾਰ ਕਰਕੇ ਇਹ ਗੰਗਾ ਰਾਮ ਲੰਗਰ ਵਾਲੀ ਥਾਂ ਤੇ ਗਿਆ ਜਿੱਥੇ ਲੰਗਰ ਤਿਆਰ ਹੁੰਦਾ। ਜਾ ਕੇ ਲਾਂਗਰੀ ਨੂੰ ਮਿਲਿਆ, ਲੰਗਰ ਤਿਆਰ ਕਰਨ ਵਾਲਿਆਂ ਨੂੰ। ਬੂਝਣ ਕਰਿਓ ਦੇਗ ਕਿਮ ਚੱਲੈ, ਕਹਿ ਤੇ ਅੰਨ ਰਾਸ ਨਿਤ ਮਿਲੈ। ਉਹ ਲਾਂਗਰੀ ਸਿੱਖ ਨੂੰ ਜਾ ਕੇ ਪੁੱਛਦਾ, ਭਾਈ ਗੁਰੂ ਘਰ ਦੀ ਦੇਗ ਕਿਵੇਂ ਚੱਲਦੀ ਹੈ, ਲੰਗਰ ਕਿਵੇਂ ਚੱਲਦਾ ਹੈ। ਜਿਹੜੇ ਲੰਗਰ ਵਾਸਤੇ ਰਸਤਾ ਹੁੰਦੀਆਂ ਨੇ, ਅਨਾਜ ਆਉਂਦਾ ਹੈ, ਵੀ ਇਹ ਕਿੱਥੋਂ ਆਉਂਦਾ, ਮੁੱਲ ਖਰੀਦਦੇ ਹੋ। ਸਿੱਖਣ ਕਹਿਓ ਗ੍ਰਾਮ ਤੇ ਆਵੈ, ਮਾਨਸ ਆਣ ਹਜ਼ਾਰੋਂ ਖਾਵੈ। ਔਰ ਲਾਂਗਰੀ ਸਿੱਖ ਨੇ ਦੱਸਿਆ ਕਿ ਨਹੀਂ ਭਾਈ, ਇੱਥੇ ਹਜ਼ਾਰਾਂ ਹੀ ਸਿੱਖ ਸੰਗਤਾਂ ਆ ਕੇ ਲੰਗਰ ਭਾਵੇਂ ਰੋਜ਼ ਛਕਦੀਆਂ ਨੇ, ਪਰ ਇੱਥੇ ਲੰਗਰ ਕਦੇ ਵੀ ਜਿਹੜੀ ਰਸਤ ਹੈ, ਅਨਾਜ ਹੈ, ਮੁੱਲ ਨਹੀਂ ਖਰੀਦਿਆ। ਪਿੰਡਾਂ ਵਿੱਚ ਆਉਂਦਾ ਸਿੱਖ ਸੰਗਤਾਂ ਹੀ ਲੈ ਕੇ ਆਉਂਦੀਆਂ ਨੇ। ਸਿੱਖ ਸੇਵਕ ਗੁਰ ਕੇ ਬਹੁ ਆਨੇ, ਹਾਥ ਜੋਰ ਅਰਪਣ ਗਨ ਠਾਨੇ। ਔਰ ਲਾਂਗਰੀ ਸਿੱਖ ਕਹਿੰਦਾ ਕਿ ਅਸੀਂ ਕਿਤੋਂ ਲੈਣ ਵੀ ਨਹੀਂ ਜਾਂਦੇ। ਗੁਰੂ ਕੇ ਸਿੱਖ ਸੰਗਤ ਆਉਂਦੀ ਨਹੀਂ ਹੈ, ਭਾਵਨਾ ਨਾਲ ਹੱਥ ਜੋੜ ਕੇ, ਕਿ ਜਦੋਂ ਵੀ ਅਨਾਜ ਤਿਆਰ ਹੁੰਦਾ ਪਹਿਲੋਂ ਗੁਰੂ ਘਰ ਦੇ ਵਿੱਚ ਆ ਕੇ ਚੜਾਉਂਦੇ ਨੇ, ਨਾਲੇ ਅਨਾਜ ਅਰਪਣ ਕਰਦੇ ਨੇ, ਨਾਲੇ ਆਪਣੇ ਦਸਵੰਧ ਦੇ ਵਿੱਚੋਂ ਕੁਝ ਮਾਇਆ ਅਰਪਣ ਕਰਦੇ ਨੇ, ਨਾਲੇ ਹੱਥ ਜੋੜ ਕੇ ਮੱਥਾ ਟੇਕਦੇ ਨੇ। ਨਿਤ ਅਤੋਟ ਸਤਿਗੁਰੂ ਭੰਡਾਰਾ, ਚੱਲਿਓ ਜਾਏ ਸਦ ਇਸੀ ਪ੍ਰਕਾਰਾ। ਉਰੇ ਲਾਂਗਰੀ ਸਿੱਖ ਕਹਿੰਦਾ ਕਿ ਗੁਰੂ ਕੇ ਲੰਗਰ ਵਿੱਚ ਤੋਟ ਕਦੇ ਨਹੀਂ ਆਈ। ਇਹ ਗੁਰੂ ਦੇ ਭੰਡਾਰੇ ਇੰਨੇ ਭਰੇ ਨੇ, ਸੰਗਤਾਂ ਦੇ ਸਹਿਯੋਗ ਨਾਲ ਹੀ ਲੰਗਰ ਚੱਲਦਾ, ਔਰ ਨਿੱਤ ਹੀ ਚੱਲਦਾ ਹੀ ਰਹਿੰਦਾ ਹੈ। ਪਰ ਹਾਂ, ਕਦੇ ਕਦੇ ਵਾਧਾ ਘਾਟਾ ਹੋ ਜਾਂਦਾ ਹੈ। ਸੁਣਕਾਰ ਗੰਗਾ ਰਾਮ ਬਖਾਨਾ, ਵੇਚਣ ਹੇਤ ਅੰਨ ਮੈਂ ਆਨਾ। ਇਹ ਸੁਣ ਕੇ ਗੰਗਾ ਰਾਮ ਕਹਿੰਦਾ ਕਿ ਭਾਈ ਮੈਂ ਵਪਾਰੀ ਹਾਂ, ਕੁਝ ਅਨਾਜ ਹੈ, ਬਾਜਰਾ, ਮੈਂ ਵੇਚਣ ਵਾਸਤੇ ਲੈ ਕੇ ਆਇਆ। ਨਗਰ ਬਠਿੰਡੇ ਬਾਸ ਹਮਾਰਾ, ਲੈਣ ਲਾਭ ਕੋ ਇਤ ਪਗ ਧਾਰਾ। ਮੈਂ ਬਠਿੰਡੇ ਦਾ ਰਹਿਣ ਵਾਲਾ, ਔਰ ਕਈ ਗੱਡੇ ਅਨਾਜ ਦੇ ਬਾਜਰੇ ਦੇ ਭਰ ਕੇ ਲਿਆਇਆ। ਔਰ ਸੁਣਿਆ ਸੀ ਕਿ ਇੱਥੇ ਸਾਰਾ ਵਿੱਚ ਵਿਕ ਜਾਏਗਾ ਔਰ ਵੱਡਾ ਲਾਭ ਹੋਵੇਗਾ, ਮੈਂ ਲਾਭ ਲੈਣ ਵਾਸਤੇ ਆਇਆ। ਆਜ ਦੇਖ ਲੈ ਮੁਝ ਤੇ ਕੀਜੇ, ਕਣ ਸੰਗਤ ਕੋ ਭੋਜਨ ਦੀਜੇ। ਪਰ ਗੰਗਾ ਰਾਮ ਨਾਲ ਹੀ ਹੱਥ ਜੋੜ ਕੇ ਕਹਿੰਦਾ ਕਿ ਭਾਈ ਸਿੱਖਾ, ਆਇਆ ਤੇ ਮੈਂ ਵੇਚਣ ਵਾਸਤੇ ਆਇਆ ਤੇ ਲਾਹ ਲੈਣ ਵਾਸਤੇ, ਪਰ ਅੱਜ ਮੇਰੀ ਭਾਵਨਾ ਹੈ ਕਿ ਅੱਜ ਜਿੰਨਾ ਅਨਾਜ ਚਾਹੀਦਾ ਹੈ, ਅੱਜ ਦਾ ਲੰਗਰ ਮੇਰੇ ਵੱਲੋਂ ਪ੍ਰਵਾਨ ਕਰ ਲਓ। ਜਿੰਨਾ ਅੱਜ ਵਾਸਤੇ ਚਾਹੀਦਾ ਉਨਾ ਲੈ ਲਓ, ਲੈ ਕੇ ਸੰਗਤ ਨੂੰ ਛਕਾਓ। ਸ਼ੁੱਧਤ ਰਹੇ ਸਭ ਸੋਲਾ ਜਾਮ, ਇਸ ਤੇ ਲਾਭ ਨਾ ਕੋ ਅਬਿਰਾਮ। ਕਿਉਂਕਿ ਜਿੰਨੀਆਂ ਸਿੱਖ ਸੰਗਤਾਂ ਨੇ 16 ਪਹਿਰ ਹੋ ਗਏ ਨੇ, 2 ਦਿਨ ਹੋ ਗਏ ਨੇ ਭੁੱਖੇ ਨੇ, ਸੇਵਾ ਕਰਦੇ ਨੇ, ਔਰ ਮੈਂ ਆਇਆ ਤੇ ਲਾਭ ਵੀ ਲੈਣਾ ਹਾਂ। ਤੇ ਜੇ 16 ਪਹਿਰ ਤੋਂ ਜਿਹੜੇ ਭੁੱਖੇ ਨੇ ਉਹਨਾਂ ਨੂੰ ਲੰਗਰ ਜੇ ਮੈਂ ਛਕਾ ਦਿਆ, ਤੇ ਇਹ ਸੱਚ ਮੈਨੂੰ ਭਰੋਸਾ ਹੋ ਗਿਆ ਕਿ ਇਸ ਤੋਂ ਵੱਡਾ ਲਾਭ ਹੋਰ ਕੋਈ ਨਹੀਂ ਹੋਣਾ। ਸਿੱਖ ਨੇ ਭਣਿਓ ਬੂਝ ਗੁਰ ਲਿਓ, ਤੋਹੇ ਅਨਪੁਣ ਦੇਗ ਕਰਿਓ। ਔਰ ਸਿੱਖ ਨੇ ਇਹ ਨਹੀਂ ਕਿਹਾ ਕਿ ਲਿਆ ਵੀ ਛੇਤੀ ਲਿਆ, ਲੋੜ ਤੇ ਹੈ, ਪਰ ਗੁਰੂ ਕੇ ਸਿੱਖ ਨੇ ਕਿਹਾ ਕਿ ਭਾਈ ਅਨਾਜ ਇਸ ਤਰ੍ਹਾਂ ਨਹੀਂ ਮੈਂ ਲੈ ਸਕਦਾ, ਮੈਂ ਗੁਰੂ ਸਾਹਿਬ ਨੂੰ ਪੁੱਛ ਕੇ ਆਵਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜੇ ਆਗਿਆ ਕਰਨਗੇ ਫਿਰ ਜ਼ਰੂਰ ਅਨਾਜ ਲਵਾਂਗੇ, ਲੰਗਰ ਵੀ ਤਿਆਰ ਕਰਾਂਗੇ। ਇਮ ਕਹੈ ਮਨ ਤੇ ਗਿਣਤਿਓ ਗਿਣਤੀ, ਜਾਏ ਕੇਨ ਪ੍ਰਭ ਆਗੇ ਬਿਣਤੀ। ਇਸ ਤਰ੍ਹਾਂ ਕਹਿ ਕੇ ਲਾਂਗਰੀ ਚਲਾ ਗਿਆ, ਔਰ ਮਨ ਵਿੱਚ ਗਿਣਤੀਆਂ ਮਿਣਤੀਆਂ ਗਿਣਦੇ ਜਾਂਦੇ ਨੇ ਕਿ ਅਨਾਜ ਦੀ ਲੋੜ ਤੇ ਹੈ, ਕਿਉਂਕਿ ਅਨਾਜ ਹੁਣ ਬਿਲਕੁਲ ਰਿਹਾ ਨਹੀਂ। ਹਜੇ ਪਤਾ ਨਹੀਂ ਕਿ ਜਿਹੜਾ ਪਿੰਡਾਂ 'ਚ ਆਉਣਾ ਉਹਨੂੰ 2-4 ਦਿਨ ਲੱਗ ਜਾਣਾ। ਸਤਿਗੁਰੂ ਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਾ ਕੇ ਨਮਸਕਾਰ ਕੀਤੀ, ਹੋਰ ਹੱਥ ਜੋੜ ਕੇ ਲਾਂਗਰੀ ਨੇ ਬੇਨਤੀ ਕੀਤੀ। ਜੰਗਲ ਤੇ ਇੱਕ ਇਤ ਦਿਜ ਆਇਓ, ਵੇਚਣ ਹੇਤ ਬਾਜਰਾ ਲਿਆਇਓ। ਲਾਂਗਰੀ ਸਿੱਖ ਕਹਿੰਦਾ ਸਤਿਗੁਰੂ ਜੀ
ਜੰਗਲ ਦੇਸ਼ ਵਿੱਚੋਂ, ਮਾਲਵੇ ਦੇ ਵਿੱਚੋਂ, ਜੰਗਲ ਦੇਸ਼ ਵਿੱਚੋਂ, ਬਠਿੰਡੇ ਦੇ ਵਿੱਚੋਂ ਕਹਿੰਦੇ ਸਤਿਗੁਰੂ ਜੀ ਇੱਕ ਬਾਣੀਆ ਆਇਆ ਹੈ ਬ੍ਰਾਹਮਣ, ਪਰ ਉਹ ਬਾਜਰਾ ਵੇਚਣ ਵਾਸਤੇ ਲਿਆਇਆ ਵਪਾਰੀ ਹੈ। ਸੋ ਅਬ ਦੇਗ ਕਰਾਵਣ ਚਾਹੈ, ਕਰੇ ਸੋ ਹੁਕਮ ਜੇ ਰਾਵਰ ਕਹੈ। ਤੇ ਸਤਿਗੁਰੂ ਜੀ ਉਹ ਇੱਕ ਦਿਨ ਦੀ ਦੇਗ ਕਰਾਉਣਾ ਚਾਹੁੰਦਾ ਕਿ ਲੰਗਰ 'ਚ ਜਿੰਨਾ ਵੀ ਅਨਾਜ ਲੱਗੇ ਉਹ ਮੇਰੇ ਤੋਂ ਲੈ ਲਓ, ਜੇ ਆਪ ਜੀ ਦਾ ਹੁਕਮ ਹੋਵੇ ਤਾਂ ਉਹਦੇ ਤੋਂ ਬਾਜਰਾ ਲੈ ਕੇ ਲੰਗਰ ਤਿਆਰ ਕਰੀਏ। ਸਤਿਗੁਰ ਸਿਰ ਮੁਖ ਤੇ ਫਰਮਾਇਓ, ਲਿਹੋ ਤੋਲ ਜੇਤਕ ਮਨ ਭਾਇਓ। ਸਤਿਗੁਰੂ ਜੀ ਨੇ ਲਾਂਗਰੀ ਨੂੰ ਕਿਹਾ ਕਿ ਭਾਈ ਲੈ ਲਓ, ਪਰ ਅਨਾਜ ਐਵੇਂ ਨਹੀਂ ਲੈਣਾ, ਤੋਲ ਕੇ ਲੈਣਾ ਹੈ। ਜਿੰਨਾ ਕੁ ਚਾਹੀਦਾ ਉਹਨਾਂ ਲੈ ਲਓ, ਕਿਉਂਕਿ ਕਣਕ ਜਿਹੜੀ ਹਜੇ ਆਉਣੀ ਹੈ, ਅਗਲਾ ਅਨਾਜ ਜਿਹੜਾ ਆਉਣਾ ਹੈ, ਵਿਸਾਖੀ ਆਉਣ ਵਾਲੀ ਹੈ, ਫਸਲ ਤਿਆਰ ਹੈ, ਹੋ ਸਕਦਾ ਕੋਈ 2-4 ਦਿਨ, ਹਫ਼ਤਾ 10 ਦਿਨ ਹੋਰ ਲੱਗ ਜਾਣ, ਕਿ ਜਿੰਨਾ ਅਨਾਜ ਚਾਹੀਦਾ ਤੋਲ ਕੇ ਲੈਣਾ ਹੈ। ਮੇਲਾ ਜਬੇ ਵਿਸਾਖੀ ਹੋਏ, ਆਏ ਜੇ ਦਰਬ ਦੇਹ ਤਿਹ ਸੋਏ। ਔਰ ਉਸ ਬਾਣੀਏ ਨੂੰ ਕਹਿ ਦੇਣਾ ਭਾਈ ਕਿ ਅਨਾਜ ਇੰਨਾ ਤੋਲ ਕੇ ਦੇ ਦੇ, ਵਿਸਾਖੀ ਦਾ ਮੇਲਾ ਹੁੰਦਾ ਪਿਆ ਹੈ, ਥੋੜ੍ਹੇ ਦਿਨ ਦੀ ਗੱਲ ਹੈ, ਕਿ ਜਿੰਨਾ ਵੀ ਤੇਰਾ ਅਨਾਜ ਹੈ ਉਹਦਾ ਮੁੱਲ ਜੋ ਵੀ ਹੋਵੇਗਾ, ਵਿਸਾਖੀ 'ਤੇ ਭੇਟਾ ਆਏਗੀ, ਸੰਗਤਾਂ ਆਉਣਗੀਆਂ, ਔਰ ਬਥੇਰਾ ਚੜਾਵਾ ਚੜ੍ਹਨਾ, ਉਦੋਂ ਤੇਰੇ ਸਾਰਾ ਅਨਾਜ ਦੇ ਪੈਸੇ ਵੀ ਦਿਆਂਗੇ। ਸੁਣ ਕਰ ਲੈਨ ਬਾਜਰਾ 100 ਮਣ, ਕਰਕੇ ਦੇਗ ਅਚਾਈ ਤਤ ਛੇਣ। ਸਿੱਖ ਨੇ ਗੁਰੂ ਸਾਹਿਬ ਦਾ ਹੁਕਮ ਸੁਣਿਆ, ਜਾ ਕੇ ਕਿਹਾ ਕਿ ਪੰਡਤ ਜੀ ਬਾਜਰਾ ਦਿਓ, ਪਰ ਲੈਣਾ ਤੋਲ ਕੇ ਹੈ। ਕਿੰਨਾ ਕੁ ਲੈਣਾ ਹੈ ਜੀ? 100 ਮਣ ਦੇ ਦਿਓ। 100 ਮਣ ਬਾਜਰਾ ਤੋਲ ਕੇ ਲਿਆ, ਉਸ ਦਿਨ ਲੰਗਰ ਚੱਲੀ। ਔਰ 100 ਮਣ ਆਪ ਜੀ ਜਾਣਦੇ ਹੋ 40 ਕੁਇੰਟਲ, 40 ਬੋਰੀਆਂ ਕਹਿ ਲਓ, 40 ਕੁਇੰਟਲ ਕਹਿ ਲਓ, ਇਹ ਬਾਜਰਾ ਪਹਿਲੇ ਦਿਨ ਤੋਲ ਕੇ ਲਿਆ। ਦਿਵਸ ਦੂਸਰੇ ਤੈਸੇ ਭਇਓ, ਕਿਤ ਤੇ ਅੰਨ ਨਾ ਆਵਣ ਥਇਓ। ਦੂਸਰਾ ਦਿਨ ਵੀ ਐਵੇਂ ਲੰਘਿਆ, ਅਨਾਜ ਕਿਤੋਂ ਨਹੀਂ ਆਇਆ। ਔਰ ਲਾਂਗਰੀ ਸਿੱਖ ਨੇ ਫਿਰ ਕਿਹਾ ਵੀ 100 ਮਣ ਬਾਜਰਾ ਹੋਰ ਅੱਜ ਦੇ ਦੇ। ਦੂਜੇ ਦਿਨ 100 ਮਣ ਬਾਜਰਾ ਫਿਰ ਲਿਆ। ਧਰ ਸ਼ਰਦਾ ਔਰ ਗੰਗਾ ਰਾਮ, ਕਰਤ ਭਇਓ ਤੈਸੇ ਤਬ ਕਾਮ। ਪਰ ਗੰਗਾ ਰਾਮ ਦੇ ਮਨ ਦੇ ਵਿੱਚ ਭਰੋਸਾ ਤੇ ਸ਼ਰਧਾ ਇੰਨੀ ਬਣੀ ਕਿ ਉਹ ਇਹ ਗੱਲ ਬਿਲਕੁਲ ਭੁੱਲ ਗਿਆ ਕਿ ਮੈਂ ਬਾਜਰਾ ਵੇਚਣਾ ਹੈ। ਲਾਂਗਰੀ ਨੇ ਕਿਹਾ ਕਿ 100 ਮਣ ਹੋਰ ਤੋਲ ਦਿਓ। ਦੂਜੇ ਦਿਨ ਕਹਿੰਦੇ ਬਾਣੀਏ ਨੇ ਉਹ 100 ਮਣ ਬਾਜਰਾ ਹੋਰ ਤੋਲ ਕੇ ਦਿੱਤਾ। 100 ਮਣ ਤੋਲ ਦਿਓ ਤਿਸ ਤਾਈ, ਭਏ ਦੇਗ ਸੰਗਤ ਤ੍ਰਿਪਤਾਈ। ਲੰਗਰ ਦੂਸਰੇ ਦਿਨ ਵੀ ਚੱਲਿਆ। ਦਿਵਸ ਤੀਸਰੇ ਦੇਖਿਓ ਤੈਸੇ, 100 ਮਣ ਦੇਨ ਪ੍ਰਥਮ ਹੀ ਜੈਸੇ। ਤੀਸਰੇ ਦਿਨ ਫਿਰ ਉਸੇ ਤਰ੍ਹਾਂ 100 ਮਣ ਹੋਰ ਤੋਲ ਕੇ ਦਿੱਤਾ ਕਿ ਹਲੇ ਬਾਹਰੋਂ ਕਿਤੋਂ ਅਨਾਜ ਨਹੀਂ ਆਇਆ। ਪਹਿਲੋਂ ਦੀ ਤਰ੍ਹਾਂ 100 ਮਣ ਅੱਜ ਇਸ ਗੰਗਾ ਰਾਮ ਨੇ ਆਪਣੇ ਆਪ ਤੋਲ ਕੇ ਪਹੁੰਚਾ ਦਿੱਤਾ। ਦੇਗ ਬਣੇ ਸੰਗਤ ਤ੍ਰਿਪਤਾਵੈ, ਸਰ ਕੇ ਸਭ ਹੀ ਕਾਰ ਕਮਾਵੈ। ਲੰਗਰ ਤਿਆਰ ਹੁੰਦਾ ਹੈ, ਸੰਗਤਾਂ ਛਕਦੀਆਂ ਨੇ। ਅੰਮ੍ਰਿਤ ਸਰੋਵਰ ਦੀ ਜਿਹੜੀ ਕਾਰ ਸੇਵਾ ਉਹ ਲਗਾਤਾਰ ਚੱਲਦੀ ਹੈ। ਪੰਚ ਦਿਵਸ ਲੱਗ ਤੈਸੇ ਕੀਨੋ, ਅੰਨ ਪੰਚ ਸੈ ਮਨ ਤਹਿ ਦਿਨੋ। ਕਹਿੰਦੇ 5 ਦਿਨ ਗੰਗਾ ਰਾਮ ਨੇ ਇਸੇ ਤਰ੍ਹਾਂ ਕੀਤਾ। ਰੋਜ਼ 100 ਮਣ ਬਾਜਰਾ ਲੰਗਰ 'ਚ ਪਹੁੰਚਾ ਦੇਣਾ, ਉੱਥੇ ਦੇਗ ਤਿਆਰ ਹੋਣੀ। 5 ਦਿਨ ਭਾਵ ਕਿ 500 ਮਣ ਜਿੰਨਾ ਅਨਾਜ ਸੀ, ਜਿੰਨਾ ਬਾਜਰਾ ਸੀ, ਉਸ ਗੰਗਾ ਰਾਮ ਨੇ ਸਾਰਾ ਤੋੜ ਕੇ ਦੇ ਦਿੱਤਾ। ਰਹੋ ਪਿਖਤ ਪੁੰਨ ਸਭ ਵਿਵਹਾਰ, ਦਿਨ ਪ੍ਰਤ ਹੋਤ ਤਾਲ ਕੀ ਕਾਰ। ਕਹਿੰਦੇ ਗੰਗਾ ਰਾਮ ਫਿਰ ਹਰ ਰੋਜ਼ ਸਾਰਾ ਕੁਝ ਵੇਖਦਾ, ਜਿਵੇਂ ਸਿੱਖ ਸੇਵਾ ਕਰਦੇ ਨੇ, ਜਿਵੇਂ ਸੇਵਾ ਹੁੰਦੀ ਹੈ, ਜਿਵੇਂ ਅੰਮ੍ਰਿਤ ਸਰੋਵਰ ਤਿਆਰ ਹੋ ਰਿਹਾ ਹੈ। ਅੰਨ ਹਜ਼ਾਰੋਂ ਮਨ ਅਰਪਾਵੈ, ਆਣ ਸਿੱਖ ਪੁਣ ਕਾਰ ਕਮਾਵੈ। ਹੁਣ ਅਨਾਜ ਆਉਣਾ ਸ਼ੁਰੂ ਹੋ ਗਿਆ। ਗੰਗਾ ਰਾਮ ਵੇਖਦਾ ਕਿ ਹਜ਼ਾਰਾਂ ਹੀ ਮਣ ਅਨਾਜ ਸਿੱਖ ਆ ਕੇ ਅਰਪਣ ਕਰ ਰਹੇ ਨੇ, ਹਜ਼ਾਰਾਂ ਹੀ ਸਿੱਖ ਆਉਂਦੇ ਨੇ। ਇਹ ਵਿਸਾਖੀ ਦਾ ਦਿਨ ਆ ਗਿਆ ਹੈ, ਹਜ਼ਾਰਾਂ ਹੀ ਸਿੱਖ ਆਉਂਦੇ ਨੇ। ਹਜ਼ਾਰਾਂ ਰੁਪਈਆਂ ਦੀ ਜਿਹੜੀ ਚੜ੍ਹਤ ਹੈ ਉਹ ਗੁਰੂ ਸਾਹਿਬ ਦੇ ਅੱਗੇ ਢੇਰ ਲੱਗਦੇ ਨੇ।
ਧਨੀ ਪੁਰਖ ਤਨ ਦੇਤ ਚੜਾਏ, ਪੁਣ ਨਿਜ ਘਰ ਸੋ ਸੇਵ ਕਮਾਏ। ਜਿਹੜੇ ਅਮੀਰ ਲੋਕ ਨੇ, ਧਨੀ ਲੋਕ ਨੇ, ਉਹ ਆ ਕੇ ਮਾਇਆ ਹੀ ਅਰਪਣ ਕਰਦੇ ਨੇ, ਔਰ ਫਿਰ ਮਾਇਆ ਅਰਪਣ ਕਰਕੇ ਨਹੀਂ ਚਲੇ ਜਾਂਦੇ ਨੇ, ਆਪਣੇ ਹੱਥਾਂ ਨਾਲ ਸੇਵਾ ਵੀ ਕਰਦੇ ਨੇ। ਇਹ ਗੰਗਾ ਰਾਮ ਸਭ ਕੁਛ ਵੇਖ ਰਿਹਾ ਹੈ। ਹੇਰ ਹੇਰ ਸਿੱਖਣ ਕੀ ਰੀਤ, ਦਿਜਬਰ ਕੈ ਉਚਪਤ ਚਿਤ ਪ੍ਰੀਤ। ਸਿੱਖਣ ਦੀ ਇਹ ਰੀਤ, ਇਹ ਮਰਿਆਦਾ, ਇਹ ਭਾਵਨਾ ਵੇਖ ਵੇਖ ਕੇ ਇਸ ਬ੍ਰਾਹਮਣ ਦੇ ਅੰਦਰ ਕਹਿੰਦੇ ਇਹਦਾ ਚਿੱਤ ਜਿਹੜਾ ਉਹਦੇ ਅੰਦਰ ਪ੍ਰੀਤ ਪੈਦਾ ਹੋ ਗਈ, ਪ੍ਰੇਮ ਪੈਦਾ ਹੋ ਗਿਆ ਕਿ ਇੰਨੇ ਸਿੱਖ, ਇੰਨੀ ਭਾਵਨਾ, ਇੰਨੀ ਸ਼ਰਧਾ ਗੁਰੂ ਸਾਹਿਬ ਜੀ 'ਤੇ। ਮਿਲ ਸਬਣ ਮੈਂ ਕਰਬੇ ਲੱਗਿਓ, ਸੇਵਾ ਸਰ ਕੀ ਪ੍ਰੇਮੈ ਪਗਿਓ। ਅਨਾਜ 'ਤੇ ਕਿਉਂਕਿ ਸਾਰਾ ਤੋਲ ਦਿੱਤਾ ਸੀ। ਉਸ ਤੋਂ ਬਾਅਦ ਕਈ ਦਿਨ ਤੇ ਵੇਖਦਾ ਰਿਹਾ। ਹੌਲੀ ਹੌਲੀ ਜਿਵੇਂ ਅੰਦਰ ਪ੍ਰੇਮ ਜਾਗਿਆ, ਇਹਨੇ ਇੱਕ ਦਿਨ ਆਪ ਵੀ ਟੋਕਰੀ ਫੜ ਲਈ, ਸਿੱਖਾਂ ਦੇ ਵਿੱਚ ਮਿਲ ਗਿਆ। ਕਾਸੂ ਸਰੋਵਰ ਦੀ ਜਿਹੜੀ ਕਾਰ ਸੇਵਾ ਉਹ ਕਰਨੀ ਸ਼ੁਰੂ ਕਰ ਦਿੱਤੀ। ਔਰ ਜਿਵੇਂ ਜਿਵੇਂ ਟੋਕਰੀ ਚੁੱਕਦਾ ਹੈ, ਉਵੇਂ ਉਹਦੇ ਪ੍ਰੇਮ ਉਹਦੇ ਬਾਣੀਏ ਦੇ ਅੰਦਰ ਹੋਰ ਵੱਧ ਰਿਹਾ ਹੈ। ਦਿਨ ਪ੍ਰਤ ਸ਼ਰਧਾ ਅਦਕ ਵਧਾਵੈ, ਭਾਗ ਜਗੇ ਕਹੋ ਕੌਣ ਸਿਖਾਵੈ। ਕਹਿੰਦੇ ਦਿਨ ਪ੍ਰਤੀ ਦਿਨ ਜਿਵੇਂ ਜਿਵੇਂ ਸੇਵਾ ਕਰਦਾ, ਉਵੇਂ ਉਵੇਂ ਸ਼ਰਧਾ ਵੱਧ ਰਹੀ ਹੈ। ਔਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਕਿਸੇ ਦੇ ਭਾਗ ਜਾਗਦੇ ਨੇ ਨਾ, ਫਿਰ ਉਹਨੂੰ ਪ੍ਰੇਮ ਕਰਨਾ ਕੋਈ ਸਿਖਾਉਂਦਾ ਨਹੀਂ। ਔਰ ਪ੍ਰੇਮ ਵਾਸਤੇ ਕੋਈ ਕਾਲਜ ਨਹੀਂ। ਦੇਖੋ ਗੁਰਮਤਿ ਕਾਲਜ ਤੇ ਹੈਗੇ, 3 ਸਾਲ ਦਾ ਅਸੀਂ ਕੋਰਸ ਤੇ ਕਰ ਲਵਾਂਗੇ। ਉਹ ਸਾਨੂੰ ਅੱਖਰਾਂ ਦੇ ਵਿਚਾਰ ਕਰਨੇ, ਅਰਥ ਕਰਨੇ ਤੇ ਸਿਖਾ ਦੇਣਗੇ। ਪਰ ਇਵੇਂ ਦਾ ਕੋਈ ਕਾਲਜ ਨਹੀਂ, ਕੋਈ ਸਕੂਲ ਨਹੀਂ ਕਿ ਜਿੱਥੇ ਪ੍ਰੇਮ ਸਿਖਾਇਆ ਜਾਂਦਾ ਹੋਵੇ। ਇਹ ਸਕੂਲ ਮੇਰੇ ਗੁਰੂ ਨਾਨਕ ਦਾ ਹੀ ਹੈ, ਇਹ ਗੁਰੂ ਘਰ ਦਾ ਹੀ ਹੈ ਕਿ ਜਿੱਥੋਂ ਆਵਾਜ਼ ਇਹ ਆਉਂਦੀ, ਜੇ ਤੋਂ ਪ੍ਰੇਮ ਖਿਲਣ ਕਾ ਚਾਓ, ਪਰ ਇੱਥੇ ਫੀਸ ਸਿਰਾਂ ਦੀ ਹੈ। ਸਿਰ ਤਰ ਤਲੀ ਗਲੀ ਮੇਰੀ ਆਓ। ਇਹ ਕਿਸੇ ਨੂੰ ਸਿਖਾਉਣਾ ਨਹੀਂ ਪਏ, ਭਾਗ ਜਾਗੇ ਨੇ, ਅੰਦਰ ਪ੍ਰੇਮ ਜਿਹੜਾ ਵੱਧਦਾ ਗਿਆ। ਘਰ ਕੇ ਚਿੰਤਾ ਦਿਨ ਪ੍ਰਤ ਤਿਆਗੇ, ਕਰੇ ਪ੍ਰੇਮ ਅਰ ਸੇਵਾ ਲਾਗੇ। ਜਿਵੇਂ ਜਿਵੇਂ ਪ੍ਰੇਮ ਵੱਧਦਾ ਹੈ, ਜਿਵੇਂ ਜਿਵੇਂ ਸੇਵਾ ਦੇ ਵਿੱਚ ਮਨ ਹੋਰ ਲੱਗਦਾ ਹੈ, ਉਵੇਂ ਉਵੇਂ ਘਰ ਦੀ ਚਿੰਤਾ ਛੱਡਦਾ ਜਾਂਦਾ ਹੈ। ਗੁਰੂ ਘਰ ਦੇ ਵਿੱਚ, ਗੁਰੂ ਚਰਨਾਂ ਦੇ ਵਿੱਚ ਪ੍ਰੇਮ ਜਿਹੜਾ ਉਹ ਵੱਧਦਾ ਜਾਂਦਾ ਹੈ। ਕੇਤਕ ਦਿਨ ਗੁਰ ਨਿਕਟ ਗੁਜ਼ਾਰੇ, ਕਰੇ ਕਾਰ ਔਰ ਸਰਦਾ ਧਾਰੇ। ਕਹਿੰਦੇ ਕਈ ਦਿਨ ਇਸੇ ਤਰ੍ਹਾਂ ਗੰਗਾ ਰਾਮ ਨੇ ਗੁਰੂ ਚਰਨਾਂ ਵਿੱਚ ਰਹਿ ਕੇ ਬਤੀਤ ਕੀਤੇ। ਸੇਵਾ ਕਰ ਕਰਕੇ ਅੰਦਰ ਪ੍ਰੇਮ ਇੰਨਾ ਪੈਦਾ ਹੋਇਆ ਕਿ ਘਰ ਨੂੰ ਤਾਂ ਜਿਵੇਂ ਭੁੱਲ ਹੀ ਗਿਆ। ਪੁੰਨ ਵਿਸਾਖੀ ਕੋ ਬੜ ਮੇਲਾ, ਚੌਂ ਦਿਸ ਕੇ ਨਰ ਭਏ ਸਕੇਲਾ। ਵਿਸਾਖੀ ਦਾ ਬੜਾ ਵੱਡਾ ਮੇਲਾ ਲੱਗਿਆ। ਚਾਰੇ ਪਾਸੋਂ ਜਦੋਂ ਸਿੱਖ ਸੰਗਤਾਂ ਹੋਰ ਲੱਖਾਂ ਦੇ ਵਿੱਚ ਇਕੱਠੀ ਹੋਈ, ਗੰਗਾ ਰਾਮ ਵੇਖ ਵੇਖ ਕੇ ਹੋਰ ਪ੍ਰਸੰਨ ਹੋਏ। ਅਦਕ ਭੇਰ ਸਤਿਗੁਰ ਢਿਗ ਹੋਈ, ਧਰੇ ਭੇਟ ਬੰਦਤ ਸਭ ਕੋਈ। ਕਿ ਜਿਹੜੀ ਗੁਰੂ ਘਰ ਦੇ ਵਿੱਚ ਭੀੜ ਹੈ ਸੰਗਤਾਂ ਦੀ, ਉਹ ਕਈ ਗੁਣਾ ਹੁਣ ਵੱਧ ਗਈ। ਸਾਰੇ ਜਦੋਂ ਨਮਸਕਾਰ ਕਰਦੇ ਨੇ, ਭੇਟਾਂ ਰੱਖਦੇ ਨੇ, ਵੱਡੇ ਵੱਡੇ ਢੇਰ ਲੱਗਦੇ ਨੇ। ਸੁੰਦਰ ਵਸਤ ਅਨਕ ਪ੍ਰਕਾਰਾ, ਕੋ ਆਨੇ ਧਨ ਕੇ ਉਪਹਾਰਾ। ਕਈ ਬਹੁਤ ਬਹੁਤ ਕੀਮਤੀ ਵਸਤੂਆਂ ਜਿਹੜੀਆਂ ਭੇਟਾਂ ਕਰਨ ਵਾਸਤੇ ਲਿਆਉਂਦੇ ਨੇ, ਬਹੁਤ ਧਨ ਖਰਚ ਕੇ ਆਪਣੇ ਵੱਲੋਂ ਸਿੱਖਾਂ ਨੂੰ ਜੋ ਸਭ ਤੋਂ ਚੰਗੀ ਚੀਜ਼ ਲੱਗਦੀ ਉਹ ਗੁਰੂ ਸਾਹਿਬ ਜੀ ਵਾਸਤੇ, ਗੁਰੂ ਘਰ ਵਾਸਤੇ ਖਰੀਦ ਕੇ ਲਿਆਉਂਦੇ ਨੇ। ਜੇਤਕ ਨਰ ਮੇਲੇ ਪੁਰੇ ਆਏ, ਧਰੇ ਭਾਉ ਸਰ ਸੇਵ ਕਮਾਏ। ਜਿੰਨੇ ਵੀ ਮੇਲੇ ਤੇ ਆਏ, ਅਸਲ ਵਿੱਚ ਵਿਸਾਖੀ ਦਾ ਜੋੜ ਮੇਲਾ ਅੰਦਰ ਪ੍ਰੇਮ ਤੇ ਭਾਵਨਾ ਪੈਦਾ ਕਰਨ ਵਾਲਾ ਸੀ। ਉਹ ਆ ਕੇ ਸਾਰੇ ਸਰੋਵਰ ਦੀ ਸੇਵਾ ਦੇ ਵਿੱਚ ਲੱਗਦੇ ਨੇ। ਅਣਕ ਕਾਮਨਾ ਪੂਰਨ ਹੋਏ, ਨਹੀਂ ਕਰਤਾ ਹੈ ਮਨ ਮੈਂ ਕੋਏ। ਕਈਆਂ ਦੀਆਂ ਕਾਮਨਾਵਾਂ ਪੂਰੀਆਂ ਹੋਈਆਂ ਤਾਂ ਆਏ ਨੇ, ਕਈ ਕਾਮਨਾਵਾਂ ਲੈ ਕੇ ਆਏ ਨੇ ਕਿ ਗੁਰੂ ਘਰ ਦੇ ਵਿੱਚ ਜਾਣਾ, ਸਤਿਗੁਰੂ ਜੀ ਕਾਮਨਾ ਪੂਰੀ ਕਰਨ। ਉਹ ਕਾਮਨਾ ਧਾਰਨ ਕਰਕੇ ਆਉਂਦੇ ਨੇ। ਕਰੇ ਮੇਵਰੋ ਸਭ ਅਰਦਾਸ, ਸਗਲ ਨਿਤ ਵਿਸੇ ਸਿੱਖਣ ਆਸ। ਮੇਵੜੇ ਸਿੱਖ ਉਹ ਖਲੋ ਕੇ ਸੰਗਤਾਂ ਦੀ ਅਰਦਾਸ ਕਰਦੇ ਨੇ।
कि फलाने नगर की फलाने देश की ये संगत आई, सारी संगत की अरदास करते हैं कि सतगुरु जी ये अनाज, ये रुपया पैसा भेटा लैके भावना लैके आए ने, किरपा करो इस नगर दी संगतां दी भावना पूरियां करो। सुन सतगुर दे खुशी विसाल, दर्शन पिक पिक होए निहाल। और गुरु साहब जी मेवड़े तो सिखां दी अरदासां सुन सुन के प्रसन्न हुंदे ने, सिख संगतां नूं दर्शन दे के निहाल कर रहे ने। मेला बिछर गयो पुन तहा, गंगा राम प्रेम उर महा। हौली हौली करके विसाखी का मेला विछड़िया, संगतां आपो अपने देशों नूं इलाकिਆਂ नूं घरां नूं चलियां गईयां, पर गंगा राम दे अंदर जिहड़ा प्रेम सी हुण कई गुणा होर वध गया। सदन जान नह चितवन करता, निज कल्याण उस उर धरता। संगतां दे घरां नूं चलियां गईयां, पर गंगा राम जिहड़ा घर मैं कहंदे सदन जान नह चितवन करता, घर का चित ही नहीं करता कि घर जाना भी है। बस मन दे विच आस है कि मेरा भी कल्याण होवे, गुरु साहब जी मैनू भी सिख बनाउण, सिक्खी दी दात मैनू भी देण। बसाखे के तक दिन पाछे, श्री अर्जन सिमरन करे आछे। विसाखी तो कई दिन लंघ गए और कई दिन तो बाद सतगुरु जी ने सिमरन किया, भाव के चेता किया भी इत्थे बाणीआ आया सी 500 मण उहदे तो 500 मण अनाज खरीदिया सी। अन्न प्रथम देनस दिज जाही, आनो तह बुलाए हम पाही। सतगुरु जी कहते हैं भाई सिखो जाओ, विसाखी तो पहलों जेड़े व्यापारी तो 500 मण आपां अनाज खरीदिया सी बाजरा, उस बाणीए नूं, उस पंडित नूं बुला के लियाओ। मेले मह आयो धन जोए, तिस मह ते दीजे पिख सोए। सतगुरु जी मसंदा नूं कहंदे ने कि भाई उन्होंने बुला के लियाओ, और विसाखी ते जिहड़ा धन आया है इहदे विचों जिन्ना उहदा बनदा है उहनूं 500 मण दा और रुपया पैसा धन उहदा दिओ। हुक्म मसंदन पर इम होवा, सिख ने जाए सो दिज को जोवा। जदों सिखां ते मसंदा ते हुक्म होया भाई उनके पैसे उन्होंने दिओ, और सिख जाके लभदे ने कि वो व्यापारी जी शाह जी कित्थे ने। पर शाह जी कोई दुकान ते थोड़ी बैठे सन, वो टोकरी चुकी संगतां दे विच सरोवर दे विचों मिट्टी भर भर के बाहर कढ रहा है। जाके लभ्या, कहियो विपर तुम उठ चल साथ, सिमरत है अब श्री गुरुनाथ। सिख ने जाके कहा कि पंडित जी शाह जी चलो, तुहानू धन गुरु अर्जन देव महाराज जी याद करते हैं, उन्होंने बुलाया है। क्या मुझ कहे विचारत मन में, सिख के संग आए तिस छिन में। उरे गंगा राम नूं ये थोड़ी है कि मैं 500 मण अनाज दिता जां पैसे लेने ने। गंगा राम सोचते ने गुरु साहब जी मैनू बुलाया है, उन्होंने की कहना होगा कि मेरे नाल की काम है। ये विचार करते हुए नाल उस वेले टोकरी छड्डी, सिख दे नाल गुरु साहब के चरणों विच आया। बंधन कार बैठो अगवाई, जिसके प्रेम वधो अधिकाई। ये गंगा राम आया, धन गुरु अर्जन देव महाराज जी के सच्चे पातशाह जी के चरणों च नमस्कार की, हथ जोड़ के चरणों के विच ही बैठ गया कि सतगुरु जी ने आप जी ने बुलाया है, कृपा करो, हुक्म करो। सेवा महनिस दिन अनुरागा, अपर मनोरथ सगरो त्यागा। ये गंगा राम हुण दिन रात सेवा दे विच लग्या ने, होर सारे मनोरथ ही छड्ड दिते कि कोई व्यापार करना है, कोई पैसा लेना है, किसी घर जाना है जां घर च देना है, ये कुछ भी याद नहीं। इत्थे कविराज ने यह अध्याय खत्म किया है। अगला अध्याय फिर इत्थों शुरू करते लिखते हैं। दोहरा बैठो बंधन कर निकट, पिक श्री अर्जन नाथ। कृपा बलोचन भर रहे, कहो पिपर के साथ। जदों गंगा राम नमस्कार करके सतगुरु के चरणों च बैठ गया,
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਦੀ ਮੇਰ ਦੀ ਨਿਗਾਹ ਦੇ ਨਾਲ ਜਦੋਂ ਦੇਖਿਆ ਔਰ ਬਚਨ ਕੀਤੇ, ਕਹਿਣ ਲੱਗੇ, ਦਿਜ ਜੋ ਮੂਲ ਅਨ ਕੋ ਲੀਜੈ, ਪੁਰੋ ਕਾਮਨਾ ਸਦਨ ਸਦੀਜੈ। ਸਤਿਗੁਰੂ ਕਹਿੰਦੇ ਨੇ, ਪੰਡਤ ਜੀ, ਕਿਉਂਕਿ ਹੈ ਬਾਣੀਆ ਪਰ ਬ੍ਰਾਹਮਣ ਹੈ, ਇਸ ਕਰਕੇ ਪੰਡਤ ਜੀ ਕਹਿੰਦੇ ਤੁਹਾਡੇ ਤੋਂ ਅਨਾਜ ਲਿਆ ਸੀ 500 ਮਣ ਮੁੱਲ, ਕਿ ਉਹਦਾ ਮੁੱਲ ਲਵੋ, ਆਪਣੇ ਮਨ ਦੀ ਕਾਮਨਾ ਪੂਰੀ ਕਰੋ ਤੇ ਘਰ ਨੂੰ ਜਾਓ। ਕਿਉਂਕਿ ਕਾਮਨਾ ਤੇ ਇਹ ਲੈ ਕੇ ਆਏ ਸੀ, ਮੇਰਾ ਬਾਜਰਾ ਵਿਕ ਜੇ, ਨਫਾ ਮਿਲੇ, ਲਾਭ ਮਿਲੇ। ਥੁਰਿਓ ਹੋ ਤੋ ਜਬ ਤੁਮ ਨੇ ਦਇਓ, ਸਤ ਸੰਗਤ ਸਭ ਅਚਵਣ ਕਹਿਓ। ਸਤਿਗੁਰੂ ਕਹਿੰਦੇ ਨੇ, ਭਾਈ ਉਦੋਂ ਗੁਰੂ ਘਰ ਦੇ ਵਿੱਚ ਅਨਾਜ ਥੁੜ ਗਿਆ ਸੀ, ਕਿ ਜਿਸ ਟਾਈਮ ਤੂੰ ਅਨਾਜ ਦਿੱਤਾ ਹੈ, ਭਾਵੇਂ ਅਸੀਂ ਮੁੱਲ ਖਰੀਦਿਆ, ਪਰ ਤੇਰੀ ਸੇਵਾ ਬੜੀ ਵੱਡੀ ਹੈ, ਕਿਉਂਕਿ ਜ਼ਰੂਰਤ ਦੇ ਸਮੇਂ 'ਤੇ ਕੋਈ ਪਹੁੰਚ ਜਾਏ, ਔਰ ਭਾਵੇਂ ਮੁੱਲ ਹੀ ਮਿਲਿਆ ਹੈ, ਪਰ ਇਹ ਤੇਰੀ ਸੇਵਾ ਗਿਣੀ ਗਈ ਹੈ। ਲਿਹੋ ਮੋਲ ਤੇ ਦਰਬ ਸਵਾਇਓ, ਜਿਸ ਤੇ ਦੂਰ ਦੇਸ਼ ਤੇ ਲਿਆਇਓ। ਭਾਈ ਤੂੰ ਇੰਨੇ ਦੂਰ ਦੇਸ਼ ਤੋਂ, ਬਠਿੰਡੇ ਤੋਂ ਅਨਾਜ ਲੈ ਕੇ ਆਇਆ ਹੈ, ਔਰ ਸਾਨੂੰ ਜ਼ਰੂਰਤ ਦੇ ਉਦੋਂ ਸਮੇਂ ਦਿੱਤਾ, ਸਾਨੂੰ ਚਾਹੀਦਾ ਸੀ ਵੀ ਜਿੰਨਾ ਤੇਰਾ ਰੇਟ ਹੈ, ਜਿੰਨੀ ਕੀਮਤ ਹੈ, ਉਹਦੇ ਤੋਂ ਸਵਾਇਆ ਲਵੋ, ਕਿ ਜੇ 100 ਰੁਪਇਆ ਬਣਦਾ ਤੇ 125 ਲੈ ਕੇ ਜਾ, ਸਵਾਇਆ ਲੈ ਕੇ ਜਾਓ। ਪੁੰਨ ਉਧਾਰ ਪਰ ਬਾਂਛਤ ਕਾਲਾ, ਦਇਓ ਅਨ ਤੈ ਅਨ ਵਿਸਾਲਾ। ਇੱਕ ਤੇ ਉਸ ਵੇਲੇ ਗੁਰੂ ਘਰ ਦੇ ਵਿੱਚ ਲੋੜ ਸੀ ਅਨਾਜ ਦੀ ਬਹੁਤ ਜ਼ਿਆਦਾ, ਤੇ ਦੂਸਰਾ ਤੂੰ ਸਾਨੂੰ ਉਧਾਰ ਦਿੱਤਾ ਹੈ, ਪੈਸੇ ਅੱਜ ਤੱਕ ਨਹੀਂ ਮੰਗੇ, ਇਸ ਕਰਕੇ ਬਹੁਤ ਅਨਾਜ ਵੀ ਉੱਤਮ ਸੀ, ਉੱਤਮ ਸਮੇਂ 'ਤੇ ਮਿਲਿਆ ਹੈ, ਤੇ ਭਾਈ ਉਹਦੇ ਪੈਸੇ ਲੈ। ਸੁਣ ਦੇ ਜਾ ਹੱਥ ਜੋੜ ਕੇ ਬੋਲਾ, ਪ੍ਰਭ ਜੇ ਮੈਂ ਨਾ ਲਿਓ ਕੁਛ ਮੁੱਲਾ। ਇਹ ਸੁਣ ਕੇ ਪੰਡਤ ਗੰਗਾ ਰਾਮ ਨੇ ਹੱਥ ਜੋੜੇ ਕਿ ਸਤਿਗੁਰੂ ਜੀ ਕਹਿ ਦੇ ਪੈਸੇ, ਕਿਉਂਕਿ ਮੈਂ ਤੇ ਅਨਾਜ ਕੋਈ ਵੇਚਿਆ ਹੀ ਨਹੀਂ, ਮੈਂ ਤੇ ਅਰਪਣ ਕੀਤਾ, ਭੇਟਾ ਕੀਤਾ ਹੈ। ਮੁੱਲ ਕਹਿਦਾ ਲਵਾਂ ਤੇ ਪੈਸੇ ਕਹਿਦੇ ਲਵਾਂ। ਰਾਵਰ ਕੇ ਸੇਵਾ ਮੈਂ ਕਰੂੰ, ਜਨਮ ਸੁਫਲ ਕੀ ਆਸਾ ਧਰੂੰ। ਸਤਿਗੁਰੂ ਜੀ ਇੰਨੇ ਸਿੱਖ ਆਪ ਜੀ ਦੀ ਸੇਵਾ ਕਰਦੇ ਨੇ, ਤੇ ਇਹ ਸੇਵਾ ਜੇ ਮੈਂ ਕਰ ਲਈ ਤੇ ਮੈਨੂੰ ਹੱਕ ਨਹੀਂ। ਸੇਵਾ ਕਰਕੇ ਮੈਂ ਵੀ ਆਪਣਾ ਸਫਲ ਜਨਮ ਸਫਲ ਕਰਨਾ ਚਾਹੁੰਦਾ, ਕਿ ਮੈਂ ਅਨਾਜ ਕੋਈ ਵੇਚੇ ਨਹੀਂ, ਮੈਂ ਤੇ ਭੇਟਾ ਕੀਤਾ ਹੈ। ਸਦਨ ਜਾਣ ਕੇ ਨਾਹਿਨ ਚਾਹੂ, ਬੈਸ ਬਿਤਾਵੂੰ ਸੰਗਤ ਮਾਹੂੰ। ਤੇ ਹੁਣ ਘਰ ਵਾਪਸ ਜਾਣ ਦੀ ਮੇਰੀ ਕੋਈ ਚਾਹਤ ਨਹੀਂ, ਮੈਂ ਤੇ ਚਾਹੁੰਦਾ ਕਿ ਬਾਕੀ ਦੀ ਰਹਿੰਦੀ ਜ਼ਿੰਦਗੀ ਆਪ ਦੇ ਚਰਨਾਂ ਵਿੱਚ ਰਹਿ ਕੇ ਗੁਜ਼ਾਰਾਂ। ਤੁਮ ਤੇ ਪਰੇ ਅਪਰ ਕੋ ਨਿੱਕਾ, ਜਹ ਕਲਿਆਣ ਹੋਏ ਹੈ ਜੀ ਕਾ। ਸਤਿਗੁਰੂ ਜੀ ਸੱਚ ਮੈਂ ਲਾਹਾ ਲੈਣ ਆਇਆ ਸਾਂ, ਪਰ ਆਪ ਜੀ ਦੀ ਸੇਵਾ ਤੋਂ ਵੱਡਾ ਲਾਹਾ ਹੋਰ ਕੋਈ ਨਹੀਂ, ਕਿ ਜਿੱਥੇ ਕੇਵਲ ਅਨਾਜ ਧਨ ਹੀ ਸਫਲ ਨਹੀਂ ਹੋਇਆ, ਜਿੱਥੇ ਜੀ ਦਾ ਦਾਨ ਵੀ ਮਿਲਦਾ ਹੈ, ਜਿੰਦ ਦਾ ਵੀ ਕਲਿਆਣ ਹੁੰਦਾ ਹੈ। ਇਦੋਂ ਵੱਡਾ ਲਾਹਾ ਹੋਰ ਕਿੱਥੋਂ ਮਿਲਣਾ ਹੈ। ਨਹਿ ਤੁਮਰੋ ਦਰ ਸ਼ੋਰਨ ਕਰੂੰ, ਰਾਵਣ ਨਾਮ ਧਿਆਨ ਹੈ ਧਰੂੰ। ਸਤਿਗੁਰੂ ਜੀ ਇਸ ਕਰਕੇ ਹੁਣ ਮੈਂ ਆਪ ਜੀ ਦਾ ਦਰ ਛੱਡਾਂਗਾ ਨਹੀਂ। ਔਰ ਬਾਬਾ ਕਬੀਰ ਜੀ ਕਹਿੰਦੇ ਨੇ, ਐਸਾ ਦਰ ਫਿਰ ਛੱਡੀਏ ਵੀ ਕਿਉਂ, ਕਿ ਕਬੀਰ ਜਹ ਦਰ ਆਵਤ ਜਾਵਤ ਹੋ, ਹਟਕੈ ਨਾਹੀ ਕੋਏ। ਸੋ ਦਰ ਕੈਸੇ ਛੋਡੀਐ, ਜੋ ਦਰ ਐਸਾ ਹੋਏ। ਸਤਿਗੁਰੂ ਜੀ ਹੁਣ ਆਪ ਜੀ ਦਾ ਦਰ ਛੱਡ ਕੇ ਕਿਤੇ ਨਹੀਂ ਜਾਣਾ, ਧਿਆਨ ਸਿਰਫ ਆਪ ਜੀ ਦੇ ਚਰਨਾਂ ਵਿੱਚ ਟਿਕਾ ਲਿਆ ਹੈ। ਸੁਣ ਬੋਲੇ ਸ੍ਰੀ ਸਤਿਗੁਰੂ ਤਬੈ, ਦਰਬ ਸਰਬ ਲਿਹੋ ਤਿਜ ਬਰ ਅਭੈ। ਇਹ ਸੁਣ ਕੇ ਧੰਨ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ, ਭਾਈ ਪੰਡਤ ਜੀ ਇਹ ਇੱਕ ਵਾਰੀ ਸਾਰਾ ਤਣ ਹੁਣ ਤੂੰ ਲੈ, ਇਹ ਅਸੀਂ ਮੁੱਲ ਖਰੀਦਿਆ ਹੈ 500 ਮਣ, ਜਿੱਦਾਂ ਬਣਦਾ ਹੈ ਉਹਦਾ ਤਣ ਲੈ। ਸੋ ਗ੍ਰਹਿ ਆਪਣੇ ਦੇਹੋ ਪੁਚਾਏ, ਕਹਿ ਅਬ ਆਪ ਸੋ ਲਿਹੋ ਸਿਧਾਏ। ਉਹ ਸਾਰਾ ਤਣ ਆਪਣੇ ਘਰ ਕਿਸੇ ਦੇ ਹੱਥ ਭੇਜ ਦੇ, ਤੇ ਜਾਂ ਚੰਗਾ ਹੋਏ ਇੱਕ ਵਾਰੀ ਆਪ ਜਾ ਕੇ ਇਹ ਧਨ ਕਰਦੇ ਆ। ਬਹੁਰੋ ਆਏ ਕਰੋ ਸਰ ਸੇਵਾ, ਬਾਂਛਤ ਪਾਏ ਦੇਹ ਗੁਰਦੇਵਾ। ਤੂੰ ਭਾਈ ਸੇਵਾ ਹੀ ਕਰਨੀ ਚਾਹੁੰਦਾ ਨਾ, ਇੱਕ ਵਾਰੀ ਘਰ ਜਾਇਆ, ਧਨ ਕਰਦੇ ਆ, ਫਿਰ ਆ ਕੇ ਕਾਰ ਸੇਵਾ ਦੇ ਵਿੱਚ ਲੱਗੀ। ਫਿਰ ਜੋ ਮੰਗੇਗਾ, ਜੋ ਤੇਰੀ ਭਾਵਨਾ ਹੈ, ਅਸੀਂ ਤੈਨੂੰ ਉਹੀ ਦਿਆਂਗੇ।
दिज को दरब लेत सो नाही, हमरे सिख देत हम पाही। सतगुरु जी हस के कहते ने, कहते पंडित जी लोगों ने कहना ब्राह्मण का धन खा गए ने, ब्राह्मण तो मुल लैके फिर दिता नहीं, क्योंकि साढ़े सिख बड़ा कुछ लैके आते हैं, इत्थे तोट कोई नहीं। सतगुर के घर तोट न कोई, आमद खर्च सदा इम होई। सतगुर कहते ने ये आमदन खर्चा तो होंदा ही रहिंदा, कदे कदे घट वध हो जाता है, पर इत्थे तोट कोई नहीं। गंगा राम नंबर होए भणियो, मैं मन ते रावर सिख बणियो। कहते सुन के गंगा राम जिहड़ा बड़ा सनिमर होया, हथ जोड़ के कहता सतगुरु जी ये सेवा मैं सचमुच की और मन करके की है, मैं मन करके आप जी का सिख बनया, कृपा करो जे कुछ देना ही चाहते हो ना, हुण रुपये नहीं पैसे नहीं धन नहीं, अपनी सिक्खी दे दो। अर्पण करो अन्न मैं आन, करहो रावर सेव महान। क्योंकि सतगुरु जी ये अन्न मैं वेचिया नहीं, ये मैं अर्पण किया, भेटा किया है, ये सेवा दे विच लाया है। सदन जान के चाहे न मोरे, नहीं मनोरथ मन मैं औरे। ते घर जान दे हले मेरी कोई चाहत नहीं, मन दे विच होर कोई मनोरथ भी नहीं, इक्को ही मनोरथ सिक्खे दी दात दिओ, मेरा भला करो। आपनो सिख बनावन करिए, उरते भरम मोह पर हरिए। सतगुरु जी जे कुछ देने चाहते तो कृपा करो, मैनू संतोष बख्शो, मन दे विचों होर जिहड़े वहम भरम ने इन्हां नूं दूर करो। दीन जान लेहो अपन बनाए, परयो आन कर मैं शरण आई। सतगुरु जी मैं आप जी की शरण में आया, कृपा करके दीन जान के हुण अपना सिख बना लो, अपने चरणों में रख लो। दीन दयाल शुभ नाम सुनियो है, सिखण वस्तल बिरद गणियो है। सतगुरु जी मैं सुनिया आप जी का नाम दीन दयाल है, मैं दीन बन के आया, मेरे ते दया करो। शोरो नहीं आसरो रावर, तजे जे अपर गिणिए को बावर। सतगुरु जी हुण आप जी का लड़ फड़िया छड्डना नहीं, भावें लोग हुण पागल कहण, भावें चला कहण, लोग भावें दीवाना कहण। कर निश्चय मैं गहियो अलंब, बैठो तजकै सर्ब कुटंब। हुण तो मैं पक्का इरादा करके आप जी के चरणों में आ गया, घर बार छड्ड के आया हाँ। नहीं प्रीत अब किसके साथ, खोज मैं तुमको करियो खोज मैं तुमको नाथ। सतगुरु जी हुण किसे नाल कोई प्रीत नहीं, सब कुछ छड्ड के केवल खोज करके तुहाडे तक आया है। इस तरह जिहड़ा पंडित गंगा राम है, गुरु साहब के चरणों में आके सिक्खी की दात मंग रहा। कुछ कुछ वचन होर ने, सो आपां कल सांझे कर लांगे समय के मुताबिक, भावें 5-4 वध मिनट हो गए ने, 1-2 मिनट होर हाज़री लवा के रसना दे नाल फिर समाप्ति है जी। वाहेगुरु 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 वाहेगुरु। वाहेगुरु 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 वाहेगुरु।